हेलो एवरीवन। ਅੱਜ ਇਸ ਵੀਡੀਓ 'ਚ ਮੈਂ ਤੁਹਾਨੂੰ ਕੋਚਿੰਗ ਵਰਸਸ ਸੈਲਫ ਸਟੱਡੀ ਬਾਰੇ ਦੱਸਣ ਜਾ ਰਿਹਾ। ਪਹਿਲੇ ਮੈਂ ਕੁਝ ਆਪਣੇ ਐਕਸਪੀਰੀਐਂਸਿਸ ਸ਼ੇਅਰ ਕਰੂੰਗਾ ਤੁਹਾਡੇ ਨਾਲ। ਜਦੋਂ ਮੈਂ ਚੰਡੀਗੜ੍ਹ ਗਿਆ, ਠੀਕ ਹੈ, ਕਾਲਜਿੰਗ ਵਾਸਤੇ, ਤਾਂ ਮੈਂ ਸੈਕੰਡ ਈਅਰ 'ਚ ਕੋਚਿੰਗ ਜੁਆਇਨ ਕਰ ਲਈ ਸੀ। ਉੱਥੇ ਮੈਂ ਲਗਭਗ ₹1.25 ਲੱਖ ਇਨਵੈਸਟ ਕਰਤਾ, ਠੀਕ ਹੈ। ਉਸ ਤੋਂ ਬਾਅਦ ਕੋਚਿੰਗ ਦੇ ਨਾਲ ਉੱਥੇ ਸਟੇ ਦਾ ਵੀ ਅਲੱਗ ਖਰਚਾ, ਸਭ ਕੁਝ ਲਗਾਇਆ। ਇਹ ਸੋਚ ਕੇ ਲਗਾਇਆ ਵੀ ਉੱਥੇ ਮੈਂ ਜਾਊਂਗਾ, ਕੁਛ ਨਵਾਂ ਸਿੱਖਣ ਨੂੰ ਮਿਲੂਗਾ। ਦਿੱਲੀ ਨਹੀਂ ਜਾ ਸਕਿਆ, ਮੇਰੇ ਉਸ ਜਿਹੜੇ ਕਾਲਜ ਮੈਂ ਚਾਹੁੰਦਾ ਸੀਗਾ ਦਿੱਲੀ, ਉੱਥੇ ਮੇਰੀ ਐਡਮਿਸ਼ਨ ਨਹੀਂ ਹੋ ਰਹੀ ਸੀ, ਤਾਂ ਮੇਰੀ ਚੰਡੀਗੜ੍ਹ ਹੋ ਗਈ। ਪਲੱਸ ਮੈਂ ਫਿਰ ਸੋਚਿਆ, ਮੈਂ ਕਿ ਜਦੋਂ ਮੈਂ ਚੰਡੀਗੜ੍ਹ ਜਾ ਰਿਹਾ, ਮੈਂ ਸੋਚਿਆ ਕਿ ਬਹੁਤ ਅੱਛਾ ਇੰਸਟੀਚਿਊਟ ਹੋਊਗਾ, ਰਿਨਾਊਂਡ ਨੇਮ ਹੈ, ਸਭ ਕੁਛ ਹੈ, ਮੈਂ ਸੋਚ ਕੇ ਜੁਆਇਨ ਕਰ ਲਿਆ। ਉਸ ਤੋਂ ਬਾਅਦ ਬਹੁਤ ਚੀਜ਼ਾਂ ਨਾ ਮਤਲਬ ਇਹ ਹੋਈਆਂ ਕਿ ਕਿਉਂਕਿ ਮੈਂ ਸੈਲਫ ਸਟੱਡੀ ਕਰਕੇ ਜੁਆਇਨ ਕੀਤਾ ਸੀ। ਲక్ష్ਮੀਕਾਂਤ ਮੈਂ ਆਲਰੇਡੀ ਪੜ੍ਹ ਚੁੱਕਿਆ ਸੀ, ਸਪੈਕਟਰਮ ਮੈਂ ਪੜ੍ਹ ਚੁੱਕਿਆ ਸੀ, ਵਰਲਡ ਹਿਸਟਰੀ ਮੈਂ ਪੜ੍ਹ ਚੁੱਕਿਆ ਸੀ, ਠੀਕ ਹੈ। ਹੋਰ ਵੀ ਜੋ ਬੇਸਿਕ ਸਬਜੈਕਟ ਸੀਗੇ, ਇਕਨੋਮਿਕਸ ਵਗੈਰਾ, ਮੈਂ ਮੋਸਟਲੀ ਕਵਰ ਕਰ ਲਈ ਸੀ। ਮੈਂ ਤਾਂ ਜੁਆਇਨ ਕੀਤਾ ਸੀਗਾ ਵੀ ਮੇਰੇ ਇੰਪਰੂਵਮੈਂਟ ਹੋਏ, ਹੋਰ ਇੰਪਰੂਵਮੈਂਟ ਹੋਏ। ਮੈਨੂੰ ਮੇਰੇ ਨਾਲ ਦੇ ਮਿਲਣ, ਉਹਨਾਂ ਨਾਲ ਮੈਂ ਗੱਲਾਂ ਕਰੂੰਗਾ ਤਾਂ ਮੋਨੋਟੋਨੀ ਟੁੱਟੂਗੀ, ਠੀਕ ਹੈ ਨਾ। ਇਕੱਲਾ ਬੰਦਾ ਪੜ੍ਹਦਾ ਪੜ੍ਹਦਾ ਵੀ ਪਰੇਸ਼ਾਨ ਹੋ ਜਾਂਦਾ। ਮੈਂ ਸੋਚ ਕੇ ਜੁਆਇਨ ਕੀਤਾ, ਮੈਂ ਗਿਆ ਉੱਥੇ, ਠੀਕ ਹੈ। ਅਤੇ ਉੱਥੇ ਨਾ ਮਤਲਬ ਸਭ ਕੁਛ ਫਟਾਫਟ ਉਹਨਾਂ ਨੂੰ ਸੀਗਾ ਵੀ ਸਿਲੇਬਸ ਕੰਪਲੀਟ ਕਰਾ ਦਈਏ, ਐਂਡ ਲਿਖਵਾਈ ਜਾਂਦੇ 2.5-3 ਘੰਟੇ ਦੀ ਕਲਾਸ। ਸਵੇਰੇ 7 ਵਜੇ ਕਲਾਸ ਲੱਗਦੀ ਸੀਗੀ ਅਤੇ 9 ਵਜੇ ਤੱਕ, 9:30 ਵਜੇ ਤੱਕ ਅਸੀਂ ਲਿਖ ਰਹੇ ਹਾਂ ਪਾਗਲਾਂ ਦੀ ਤਰ੍ਹਾਂ। ਐਂਡ ਬਸ ਉਹਨਾਂ ਨੂੰ ਸੀਗਾ ਵੀ ਸਾਡਾ ਕੰਮ ਹੈ ਸਿਲੇਬਸ ਖ਼ਤਮ ਕਰਾਉਣਾ। ਉਹ ਐਗਜ਼ਾਮ 'ਚ ਆਏ ਨਾ ਆਏ, ਉਹਨਾਂ ਨੂੰ ਕੋਈ ਫ਼ਰਕ ਨਹੀਂ, ਠੀਕ ਹੈ। ਐਵੇਂ ਸਭ ਕੁਛ ਚੱਲਦਾ ਰਿਹਾ। ਅਤੇ ਉਸ ਤੋਂ ਬਾਅਦ ਮੈਂ ਕੁਛ ਟਾਈਮ ਤੋਂ ਜਦੋਂ ਮੈਨੂੰ ਪਤਾ ਲੱਗ ਗਿਆ, ਯਾਰ ਇਹ ਤਾਂ ਸਿਰਫ ਉਹ ਵੀ ਇੱਕ ਟਾਈਮ ਤਾਂ ਇਹ ਆ ਗਿਆ ਵੀ ਇੱਕ ਸਬਜੈਕਟ ਦਾ ਉਹਨਾਂ ਨੇ ਬੁੱਕ 'ਚੋਂ ਹੀ ਲਿਖ ਕੇ ਦੱਸਣ ਲੱਗ ਗਏ। ਮਤਲਬ ਕਿ ਬੁੱਕ 'ਚੋਂ ਨੋਟਸ ਆਪਣੇ ਪ੍ਰਿਪੇਅਰ ਕੀਤੇ ਅਤੇ ਉਹੀ ਸੇਮ ਟੂ ਸੇਮ ਬੁੱਕਸ ਵਾਲੀ ਲਾਈਨ ਡਿਕਟੇਟ ਕਰਾ ਰਿਹਾ, ਠੀਕ ਹੈ। ਤਾਂ ਮੈਂ ਕੁਛ ਟਾਈਮ ਤਾਂ ਮੈਂ ਗਿਆ, 7-8 ਮਹੀਨੇ ਗਿਆ। ਦੈਨ ਮੈਂ ਕੋਚਿੰਗ ਫਿਰ ਮੈਂ ਥੋੜ੍ਹਾ ਇਰੈਗੂਲਰ ਹੋ ਗਿਆ, ਮੈਂ ਜਾਣਾ ਬੰਦ ਕਰਤਾ। ਮੈਂ ਕਿਹਾ ਯਾਰ ਇਹ ਤਾਂ ਨਹੀਂ ਠੀਕ ਲੱਗ ਰਿਹਾ। ਹਾਂ, ਜਿੱਥੇ ਮੈਨੂੰ ਬੈਨੀਫਿਟ ਹੋਇਆ ਉਹ ਵੀ ਦੱਸੂੰਗਾ ਤੁਹਾਨੂੰ ਮੈਂ, ਕਿ ਮੈਂ ਆਨਸਰ ਰਾਈਟਿੰਗ ਲਿਖੇ, ਇਕਨੋਮਿਕਸ ਦੇ ਕੁਐਸਚਨ ਲਿਖੇ। ਇਕਨੋਮਿਕਸ ਦੇ ਉਸ ਟਾਈਮ ਬਹੁਤ ਅੱਛੀ ਫੈਕਲਟੀ ਸੀਗੀ ਉੱਥੇ, ਅਭਿਸ਼ੇਕ ਸਰ ਦੇ ਨੇਮ ਤੋਂ। ਚਲੋ ਤੁਹਾਨੂੰ ਤੱਕ ਨਹੀਂ ਪਤਾ ਹੋਗਾ ਸਾਰਿਆਂ ਨੂੰ, ਪਰ ਚਲੋ ਰਾਈਵਲਸ ਹੋਰ ਵੀ ਬਹੁਤ ਸੀਗੇ ਜੋ ਹੁਣ ਉੱਥੇ ਦੇ ਕੋਚਿੰਗ ਦੇ ਸੈਂਟਰਸ ਵਾਲੇ ਜੋ ਟੀਚਰਸ ਐਸਟੈਬਲਿਸ਼ ਹੋਏ, ਉਹਨਾਂ ਨੇ ਆਪਣਾ ਕੋਚਿੰਗ ਸੈਂਟਰ ਖੋਲ੍ਹ ਲਿਆ, ਠੀਕ ਹੈ। ਅਲੱਗ-ਅਲੱਗ ਇੰਸਟੀਚਿਊਟਸ ਨੇ ਸਭ ਨੇ। ਅਤੇ ਮੈਨੂੰ ਜਿੱਥੇ ਮੋਸਟ ਬੈਨੀਫਿਟ ਮਿਲਿਆ ਉਹ ਇਹ ਸੀਗਾ ਵੀ ਆਨਸਰ ਰਾਈਟਿੰਗ ਮੇਰੀ ਇੰਪਰੂਵ ਹੋਈ। ਬਾਕੀ ਚੀਜ਼ਾਂ ਜੋ ਮੈਂ ਸੋਚ ਕੇ ਗਿਆ ਸੀਗਾ ਕਿ ਮੈਨੂੰ ਨਾਲ ਦੇ ਅੱਛੇ ਲੋਕ ਮਿਲਣਗੇ, ਕਿ ਬਹੁਤ ਮੇਰੀ ਪ੍ਰਿਪਰੇਸ਼ਨ ਅੱਛੀ ਹੋਊਗੀ ਉਹਨਾਂ ਦੀ ਕੰਪਨੀ 'ਚ ਰਹਿ ਕੇ, ਜਾਂ ਟੀਚਰਸ ਅੱਛੇ ਹੋਣਗੇ, ਐਗਜ਼ਾਮ ਰੈਲੀਵੈਂਟ ਕਰਾਉਣਗੇ, ਤਾਂ ਐਜਾ ਕੁਛ ਵੀ ਨਹੀਂ ਸੀਗਾ ਚੰਡੀਗੜ੍ਹ 'ਚ। ਚੰਡੀਗੜ੍ਹ ਦੀ ਮੇਰਾ 3rd ਈਅਰ ਮੇਰਾ ਕੰਪਲੀਟ ਹੋਇਆ, ਮੈਂ ਘਰ ਆ ਗਿਆ। 4-5 ਮਹੀਨੇ ਮੈਂ ਘਰੇ ਲਗਾਏ। ਘਰੇ ਮੈਂ ਇਕੱਲਾ ਪਰੇਸ਼ਾਨ ਹੋ ਗਿਆ ਵੀ ਇਕੱਲੇ ਨੂੰ ਹੀ ਪੜ੍ਹਨਾ ਪੈ ਰਿਹਾ। ਦੈਨ ਮੈਂ ਦਿੱਲੀ ਸ਼ਿਫਟ ਹੋ ਗਿਆ। ਤਾਂ ਦਿੱਲੀ ਸ਼ਿਫਟ ਮੈਂ ਸਿਰਫ ਇਸ ਕਰਕੇ ਹੋਇਆ ਸੀਗਾ ਵੀ ਨਾ ਹੀ ਮੈਂ ਕੋਚਿੰਗ ਲੈਣੀ ਸੀ ਅਤੇ ਨਾ ਹੀ ਮੈਂ ਕੋਈ ਟੈਸਟ ਸੀਰੀਜ਼ ਜੁਆਇਨ ਕਰਨ ਗਿਆ। ਜਸਟ ਮੈਂ ਕੰਪੈਨੀਅਨਸ਼ਿਪ ਵਾਸਤੇ ਗਿਆ ਸੀਗਾ ਕਿ ਮੈਨੂੰ ਨਾਲ ਦੇ ਅੱਛੇ ਲੋਕ ਮਿਲਣ, ਵੀ ਮੈਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਤੋਂ ਸਿੱਖ ਸਕਾਂ। ਅਤੇ ਉੱਥੇ ਜਾਣ ਦਾ ਬਹੁਤ ਬੈਨੀਫਿਟ ਹੋਇਆ। ਹਾਲਾਂਕਿ ਆਪਾਂ ਸੁਣਦੇ ਹੁੰਦੇ ਅੱਜ ਕੱਲ੍ਹ ਵੀ ਦਿੱਲੀ ਜਾਣ ਦੀ ਲੋੜ ਨਹੀਂ ਹੈ ਜੇ ਤੁਸੀਂ ਵੱਡੇ ਐਗਜ਼ਾਮ ਦੀ ਤਿਆਰੀ ਕਰਨੀ ਹੈ। ਮੈਂ ਵੀ ਬਹੁਤ ਸੁਣਿਆ ਸੀ ਆਪਣੇ ਟਾਈਮ 'ਤੇ ਵੀ ਜਾਣ ਦੀ ਲੋੜ ਨਹੀਂ ਹੈ, ਜੇ ਤੁਹਾਡੇ 'ਚ ਕੈਪੇਬਿਲਿਟੀ ਹੈ, ਰਾਈਟ ਗਾਈਡੈਂਸ ਹੈ, ਤੁਸੀਂ ਉੱਥੇ ਬੈਠ ਕੇ ਵੀ ਕਰ ਸਕਦੇ ਹੋ। ਉਹ ਇੰਡੀਵਿਜੂਅਲ 'ਤੇ ਡਿਪੈਂਡ ਕਰਦਾ। ਜੇ ਤੁਹਾਡੇ ਕੋਲ ਰਾਈਟ ਗਾਈਡੈਂਸ ਹੈ, ਰਾਈਟ ਕੰਪਨੀ ਹੈ, ਤਾਂ ਤੁਸੀਂ ਇੱਥੇ ਬੈਠ ਕੇ ਵੀ ਆਪਣੇ ਘਰ 'ਚ ਵੀ ਕਰ ਸਕਦੇ ਹੋ। ਪਰ ਜਿਹੜਾ ਮੇਰਾ ਜਿਹਾ ਬੰਦਾ ਇਕੱਲਾ ਸੀਗਾ, ਕੋਈ ਹੋਰ ਗਾਈਡੈਂਸ ਦੇਣ ਵਾਲਾ ਹੈ ਹੀ ਨਹੀਂ, ਠੀਕ ਹੈ, ਇੱਕ ਸਿੰਗਲ ਪਰਸਨ ਵੀ ਨਹੀਂ ਸੀ। ਤਾਂ ਫਿਰ ਜਦੋਂ ਮੈਂ ਦਿੱਲੀ ਗਿਆ, ਮੇਰੇ ਨਾਲ ਦੇ ਇੰਨੇ ਅੱਛੇ ਹੈਲਪਫੁਲ ਫਰੈਂਡਸ ਬਣੇ, ਠੀਕ ਹੈ, ਬਾਏ ਗੋਡ ਦੀ ਗ੍ਰੇਸ ਨਾਲ। ਕਈਆਂ ਦੀ ਕਿਸਮਤ ਹੁੰਦੀ ਵੀ ਆਪਾਂ ਨੂੰ ਅੱਛੇ ਲੋਕ ਮਿਲ ਜਾਂਦੇ ਆ, ਅਤੇ ਉਹਨਾਂ ਨੇ ਮੇਰੀ ਇੰਨੀ ਹੈਲਪ ਕੀਤੀ। ਮੈਂ ਇੰਨੇ ਲੋਕਾਂ ਨਾਲ ਮਿਲਿਆ ਜਿਨ੍ਹਾਂ ਨੇ ਇੰਟਰਵਿਊਜ਼ ਦਿੱਤੀ, ਮੇਨਸ ਦਿੱਤੇ, ਠੀਕ ਹੈ। ਤਾਂ ਅਸੀਂ ਇਕੱਠੇ ਬੈਠ ਕੇ ਟੈਸਟ ਲਗਾਉਂਦੇ ਸੀ, ਇਕੱਠੇ ਡਿਸਕਸ ਕਰਦੇ ਸੀ ਵੀ ਤੂੰ ਕਿਵੇਂ ਆਲਾ ਕੁਐਸਚਨ ਲਗਾਇਆ ਜਾਂ ਮੈਂ ਕਿਵੇਂ ਆਲਾ ਕੁਐਸਚਨ ਲਗਾਇਆ। ਬਹੁਤ ਹੀ ਸਾਡਾ ਅੱਛਾ ਇਨਵਾਇਰਮੈਂਟ ਬਣਿਆ ਹੋਇਆ ਸੀ ਉੱਥੇ। ਇਹ ਚੀਜ਼ਾਂ ਨਾ ਮੈਂ ਤੁਹਾਨੂੰ ਮੇਰੇ ਲਾਸਟ 'ਤੇ ਇੱਕ ਮੈਂ ਕੋਰ ਆਨਸਰ ਲਿਖਿਆ, ਅੱਜ ਤੋਂ 2 ਸਾਲ ਪਹਿਲੇ ਲਿਖਿਆ ਸੀਗਾ। ਤੁਹਾਨੂੰ ਮੈਂ ਉਹ ਰੀਡ ਵੀ ਕਰਾਊਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਮੈਂ ਆਪਣੇ ਮਨ ਤੋਂ ਗੱਲਾਂ ਨਹੀਂ ਬਣਾ ਰਿਹਾ। ਇਹ ਚੀਜ਼ ਮੈਂ 2 ਸਾਲ ਪਹਿਲੇ ਵੀ ਬੋਲੀ ਹੈ ਸੇਮ, ਠੀਕ ਹੈ। ਇਹ ਤਾਂ ਹੋ ਗਈ ਮੇਰੇ ਐਕਸਪੀਰੀਐਂਸਿਸ ਦੀ ਗੱਲ। ਫਿਰ ਕਰੋਨਾ ਆਉਣ ਕਰਕੇ ਮੈਂ ਵਾਪਸ ਆਪਣੇ ਹੋਮ ਟਾਊਨ ਆ ਗਿਆ ਸੀ ਪੰਜਾਬ 'ਚ ਹੀ, ਠੀਕ ਹੈ। ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਵੀ ਐਕਸਪੀਰੀਐਂਸ ਤਾਂ ਮੇਰਾ ਹੋ ਗਿਆ। ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਵੀ ਸੈਲਫ ਸਟੱਡੀ ਕਰੀਏ ਜਾਂ ਕੋਚਿੰਗ ਵੱਲ ਜਾਈਏ, ਠੀਕ ਹੈ। ਦੇਖੋ ਸੈਲਫ ਸਟੱਡੀ ਨਾ ਤੁਹਾਨੂੰ ਮੈਂ ਦੱਸਦਾ, ਸੈਲਫ ਸਟੱਡੀ ਤਾਂ ਹੀ ਫਰੂਟਫੁਲ ਹੈ ਜੇ ਤੁਹਾਡੇ ਕੋਲ ਗਾਈਡੈਂਸ ਅੱਛੀ ਹੈ। ਉਹ ਗਾਈਡੈਂਸ ਕੌਣ ਦੇ ਸਕਦਾ? ਉਹ
ਗਾਈਡੈਂਸ ਤੁਹਾਨੂੰ ਨੋਰਮਲ ਟੀਚਰ ਨਹੀਂ ਦੇ ਸਕਦਾ। ਜਾਂ ਤਾਂ ਤੁਹਾਡਾ ਕੋਈ ਕਲੋਜ਼ ਫਰੈਂਡ ਹੈ ਜਿਹਨੇ ਐਗਜ਼ਾਮਸ ਕਰੈਕ ਕੀਤੇ ਹੈ, ਉਹ ਤੁਹਾਨੂੰ ਦਊਗਾ, ਜਾਂ ਤੁਹਾਡੀ ਫੈਮਿਲੀ 'ਚ ਕੋਈ ਹੈ ਜਿਹਨੇ ਪ੍ਰੈਪਰੇਸ਼ਨ ਕੀਤੀ ਹੈ, ਉਹ ਤੁਹਾਨੂੰ ਜੈਨੂਇਨ ਰਾਈਟ ਗਾਈਡੈਂਸ ਦਊਗਾ। ਚਾਹੇ ਤੁਹਾਨੂੰ ਬੁਰੀ ਵੀ ਲੱਗੇ, ਉਹ ਫਿਰ ਵੀ ਉਹ ਸਹੀ ਚੀਜ਼ ਦੱਸੂਗਾ ਤੁਹਾਨੂੰ। ਅਤੇ ਹੋਰ ਟੀਚਰ ਵੀ ਤੁਹਾਨੂੰ ਉਹ ਟੀਚਰ ਦਊਗਾ ਵੀ ਜੋ ਇੱਕ ਤਾਂ ਐਗਜ਼ਾਮ ਦੇ ਕੰਟੈਂਟ ਨਾਲ ਰੈਲੀਵੈਂਟ ਚੀਜ਼ਾਂ ਕਰਾ ਰਿਹਾ ਹੈ, ਪਲੱਸ ਜਿਹਦੇ ਕੋਲ ਥੋੜ੍ਹੇ ਬੱਚੇ ਘੱਟ ਹੈ, ਠੀਕ ਹੈ, ਜਿਹਦੇ ਦਿਮਾਗ 'ਤੇ ਥੋੜ੍ਹਾ ਪ੍ਰੈਸ਼ਰ ਘੱਟ ਹੈ, ਉਹ ਤੁਹਾਨੂੰ ਸਹੀ ਗਾਈਡ ਕਰ ਸਕੂਗਾ, ਤੁਹਾਨੂੰ ਰਾਈਟ ਟਾਈਮ ਦੇ ਸਕੂਗਾ, ਠੀਕ ਹੈ, ਤੁਹਾਡੇ 'ਤੇ ਟਾਈਮ ਇਨਵੈਸਟ ਕਰ ਪਾਊਗਾ। ਉੱਥੋਂ ਗਾਈਡੈਂਸ ਲਓਗੇ ਤਾਂ ਬੈਟਰ ਹੈ, ਉਹਦੇ ਨਾਲ ਤੁਹਾਡੀ ਪ੍ਰੈਪਰੇਸ਼ਨ ਬਹੁਤ ਈਜ਼ੀ ਹੋ ਜੂਗੀ, ਠੀਕ ਹੈ। ਜੇ ਤੁਸੀਂ ਓਨ ਕਰੋਗੇ, ਆਪਣੇ ਆਪ ਕਰੋਗੇ ਵੀ ਅਸੀਂ ਤਾਂ ਆਪ ਹੀ ਕਰ ਰਹੇ ਹਾਂ, ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਤੁਹਾਨੂੰ ਮੈਂ ਹਲਕੀ ਜਿਹੀ ਡਾਇਗਰਾਮ ਦੇ ਥਰੂ ਦੱਸਦਾ। ਦੇਖੋ, ਇਹ ਆਪਣਾ ਸਟਾਰਟ ਪੁਆਇੰਟ ਹੈ, ਠੀਕ ਹੈ, ਇਹ ਆਪਣਾ ਗੋਲ ਹੈ, ਠੀਕ ਹੈ। ਹੁਣ ਆਪਾਂ ਇੱਥੇ ਤੱਕ ਪਹੁੰਚਣਾ ਹੈ, ਅਤੇ ਵਿੱਚ ਨਾ ਐਵੇਂ ਰਸਤਾ ਬਣਿਆ ਹੋਇਆ, ਠੀਕ ਹੈ। ਇਹ ਉਹ ਰਸਤਾ ਹੈ ਜੇ ਤੁਸੀਂ ਖੁਦ ਆਪਣੇ ਆਪ ਟਰੈਕ ਕਰੋਗੇ, ਜਿਵੇਂ ਮੈਂ ਕੀਤਾ ਸੀਗਾ ਕਿ ਬੁੱਕ ਖਰੀਦੀ ਅਤੇ ਆਪਣੇ ਆਪ ਹੀ ਕਰਨ ਲੱਗ ਗਿਆ। ਯੂਟਿਊਬ ਤੋਂ ਥੋੜ੍ਹੀ ਜਿਹੀ ਗਾਈਡੈਂਸ ਵੀਡੀਓਜ਼ ਦੇਖੀ ਅਤੇ ਕਰਨ ਲੱਗ ਗਿਆ ਮੈਂ ਆਪ ਹੀ। ਤਾਂ ਆਪਾਂ ਇਹ ਵਾਲੇ ਰਸਤੇ ਜਾਵਾਂਗੇ। ਲੰਬਾ ਰਸਤਾ ਹੈ, ਥੋੜ੍ਹਾ ਜਿਹਾ ਔਖਾ ਰਸਤਾ ਹੈ, ਡਿਫੀਕਲਟੀ ਵਾਲਾ ਰਸਤਾ ਹੈ। ਜੇ ਤੁਹਾਡੇ ਕੋਲ ਗਾਈਡੈਂਸ ਹੋਊਗੀ ਤਾਂ ਤੁਹਾਨੂੰ ਪ੍ਰੋਪਰ ਕੋਈ ਐਵੇਂ ਦੱਸ ਦੂਗਾ ਵੀ ਆਹ ਦੇਖੋ ਆਹ ਰਸਤਾ ਹੈ, ਇਹਦੇ ਥਰੂ ਜਾਓ, ਠੀਕ ਹੈ। ਹੁਣ ਇਹ ਰਸਤਾ ਹੈ ਕਿ ਰਸਤਾ ਸਿਰਫ 2-3 ਚੀਜ਼ਾਂ ਹੈਗੀਆਂ ਸਿੰਪਲ ਜਿਹੀਆਂ। ਰਾਈਟ ਬੁੱਕਸ, ਇਹ ਸਾਰਿਆਂ ਨੂੰ ਹੀ ਪਤਾ ਹੁੰਦਾ ਮੋਸਟਲੀ, ਇੰਨੀ ਵੀਡੀਓਜ਼ ਬਣ ਚੁੱਕੀਆਂ ਇਸ ਟੌਪਿਕ 'ਤੇ ਵੀ ਕਮੀ ਨਹੀਂ ਹੈ ਵੀਡੀਓਜ਼ ਦੀ। ਰਾਈਟ ਬੁੱਕਸ ਸਾਰਿਆਂ ਨੂੰ ਹੀ ਪਤਾ ਹੁੰਦੀਆਂ। ਜਿਹੜੀ ਮੇਨ ਚੀਜ਼ ਹੈ ਜੋ ਮੋਸਟਲੀ ਲੋਕ ਨਹੀਂ ਦੱਸਦੇ, ਉਹ ਇਹ ਹੈ ਵੀ ਇਹਨਾਂ ਬੁੱਕਸ ਨੂੰ ਪੜ੍ਹਨਾ ਕਿਵੇਂ ਹੈ, ਠੀਕ ਹੈ, ਕਿ ਚੈਪਟਰਸ ਕਿਹੜੇ ਕਵਰ ਕਰਨੇ ਆ, ਉਹਨਾਂ ਚੈਪਟਰਸ ਦੇ ਅੰਦਰ ਟੌਪਿਕਸ ਕਿਹੜੇ ਕਵਰ ਕਰਨੇ ਆ, ਕਿਹੜੇ ਟੌਪਿਕਸ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਕਿਹੜੇ ਟੌਪਿਕਸ ਘੱਟ ਇੰਪੋਰਟੈਂਟ ਹੈ, ਠੀਕ ਹੈ। ਉਹ ਚੀਜ਼ ਮੇਨ ਹੈ, ਕਿਹੜੀ ਚੀਜ਼ ਆਪਾਂ ਸਕਿਪ ਕਰਨੀ ਹੈ। ਨਿਊਜ਼ਪੇਪਰ ਪੜ੍ਹਨਾ ਤਾਂ ਨਿਊਜ਼ਪੇਪਰ 'ਚ ਕਿਹੜੀ ਚੀਜ਼ ਆਪਾਂ ਪੜ੍ਹਨੀ ਹੈ ਅਤੇ ਕਿਹੜੀ ਚੀਜ਼ਾਂ ਸਕਿਪ ਕਰਨੀ ਹੈ, ਫਟਾਫਟ ਕੰਮ ਖਤਮ ਕਰਨ ਵਾਲਾ ਹੁੰਦਾ। ਅੱਜ ਮੈਂ ਚਾਹਵਾਂ ਨਾ ਤਾਂ ਲਕਸ਼ਮੀਕਾਂਤ ਦੀ ਬੁੱਕ ਸਾਰੀ ਦੀ ਸਾਰੀ, ਕੋਈ ਬੰਦਾ ਮੇਰੇ ਨਾਲ ਇੱਥੇ ਬੈਠ ਜੇ, ਮੈਂ ਉਸ 'ਤੇ ਦਿਨ ਦੇ ਸਿਰਫ 6-7 ਘੰਟੇ ਲਗਾਵਾਂ ਤਾਂ ਮੈਂ 10 ਦਿਨ ਦੇ ਅੰਦਰ 10 ਦਿਨ ਵਿੱਚ ਜ਼ਿਆਦਾ कहते ਹਫਤੇ 'ਚ ਉਹਨੂੰ ਕੰਪਲੀਟ ਕਰਾਇਆ ਜਾ ਸਕਦਾ। ਬਟ ਉਹੀ ਹੈ ਵੀ ਤੁਹਾਡੇ ਕੋਲ ਪ੍ਰੋਪਰ ਪਤਾ ਹੋਏ ਵੀ ਕਿਵੇਂ ਕਰਨਾ ਹੈ। ਹੁਣ ਮੈਂ ਲਕਸ਼ਮੀਕਾਂਤ 10 ਵਾਰੀ ਪੜ੍ਹੀ ਹੋਈ ਹੈ ਬੁੱਕ, ਕਿਉਂਕਿ ਮੈਂ ਬਹੁਤ ਪਹਿਲੇ ਤੋਂ ਹੀ ਸਟਾਰਟ ਕਰਤੀ ਸੀ। ਇਸ ਤੋਂ ਬਾਅਦ ਇਹ ਤਾਂ ਹੋ ਗਿਆ ਵੀ ਤੁਹਾਡੇ ਕੋਲ ਰਾਈਟ ਗਾਈਡੈਂਸ ਹੈ ਤਾਂ ਤੁਸੀਂ ਕੀ ਕਹਿੰਦੇ ਐਵੇਂ ਕਰ ਸਕਦੇ ਹੋ। ਦੂਸਰਾ, ਹੁਣ ਕੋਚਿੰਗ ਦੀ ਗੱਲ ਦੱਸਦਾ ਵੀ ਕੋਚਿੰਗ, ਠੀਕ ਹੈ, ਜੇ ਤੁਸੀਂ ਲੈਣੀ ਹੀ ਹੈ ਤਾਂ ਰਾਈਟ ਟਾਈਮ ਕੀ ਹੈ ਕੋਚਿੰਗ ਲੈਣ ਦਾ। ਇਹਦੇ ਮੈਂ 2 ਚੀਜ਼ਾਂ ਕੰਸੀਡਰ ਕੀਤੀਆਂ ਕਿ ਜਾਂ ਤਾਂ ਤੁਸੀਂ ਟੋਟਲੀ ਹੀ ਬਿਗਿਨਰ ਹੋ ਜਾਂ ਇੱਕ ਤੁਸੀਂ ਐਵਰੇਜ ਸਟੂਡੈਂਟ ਹੋ ਵੀ ਜੋ ਜਿਹਨੂੰ ਮੋਸਟਲੀ ਬੇਸਿਕਸ ਕਲੀਅਰ ਹੈ ਜਿੰਦੇ, ਠੀਕ ਹੈ। ਜੇ ਤੁਸੀਂ ਬਿਗਿਨਰ ਹੋ ਨਾ ਤਾਂ ਹਜੇ ਕੋਚਿੰਗ ਨਾ ਲਓ, ਬਿਕੋਜ਼ ਜੇ ਤੁਸੀਂ ਕੋਚਿੰਗ ਲੈਣ ਜਾਓਗੇ ਐਂਡ ਉਹ ਤੁਹਾਨੂੰ ਕੁਝ ਵੀ ਦੱਸਣਗੇ ਨਾ, ਉਹ ਤੁਹਾਨੂੰ ਅੱਛਾ ਹੀ ਲੱਗੂਗਾ ਵੀ ਹਾਂ ਅਸੀਂ ਕੁਝ ਸਿੱਖ ਕੇ ਆਏ ਹਾਂ, ਠੀਕ ਹੈ। ਪਰ ਉਹ ਕੋਚਿੰਗ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਸਹੀ ਹੈ ਜਾਂ ਨਹੀਂ ਹੈ ਉਹ ਤੁਹਾਨੂੰ ਪਤਾ ਨਹੀਂ ਲੱਗ ਸਕਦਾ, ਸਿੱਧੀ ਜਿਹੀ ਗੱਲ ਹੈ। ਜੇ ਤੁਸੀਂ ਆਪਣਾ ਥੋੜਾ ਬੇਸਿਕਸ ਕਵਰ ਕਰਕੇ ਜਾਓਗੇ, ਉੱਥੇ ਜਾ ਕੇ ਡੈਮੋ ਕਲਾਸਿਸ ਲਗਾਓਗੇ ਤਾਂ ਤੁਹਾਨੂੰ ਬੈਟਰ ਪਤਾ ਲੱਗੂਗਾ ਵੀ ਉਹ ਜੋ ਪੜ੍ਹਾ ਰਿਹਾ ਟੀਚਰ ਉਹ ਆਊਗਾ ਵੀ ਜਾਂ ਨਹੀਂ ਆਊਗਾ। ਕਿ ਤੁਸੀਂ ਆਪਣੇ 6 ਮੰਥ ਉੱਥੇ ਲਗਾਤੇ, ਬਾਅਦ 'ਚ ਤੁਹਾਨੂੰ ਰਿਜ਼ਲਟ ਹੀ ਨਹੀਂ ਮਿਲਿਆ, ਕੀ ਫਾਇਦਾ ਫਿਰ। ਉਸ ਤੋਂ ਵਧੀਆ 2 ਮਹੀਨੇ ਦੀ ਸੈਲਫ ਸਟੱਡੀ ਕਰੋ, ਬੇਸਿਕਸ ਹਲਕੇ ਜਿਹੇ ਬੇਸਿਕਸ ਕਵਰ ਕਰੋ ਖੁਦ ਤੋਂ। ਮੈਂ ਤੁਹਾਨੂੰ ਦੱਸੂਗਾ ਕਿ ਬੇਸਿਕਸ ਕਿਵੇਂ ਕਵਰ ਕਰ ਸਕਦੇ ਹੋ। ਬੇਸਿਕਸ ਤੁਸੀਂ ਨਾ ਯੂਟਿਊਬ ਤੋਂ ਇੱਕ ਕੰਮ ਹੋ ਸਕਦਾ ਵੀ ਚੈਪਟਰ ਦਾ ਨਾਮ ਲਿਖਿਆ ਜਾਂ ਟੌਪਿਕ ਦਾ ਨਾਮ ਲਿਖਿਆ ਅਤੇ ਉਹਦੇ ਪਿੱਛੇ ਲਿਖਤਾ ਵੀ ਇੰਪੋਰਟੈਂਟ MCQs। ਜੇ ਮੰਨ ਲਓ ਫੰਡਾਮੈਂਟਲ ਰਾਈਟਸ ਹੈ ਤਾਂ ਫੰਡਾਮੈਂਟਲ ਰਾਈਟਸ ਦੇ ਨਾਲ ਲਿਖ ਦਿਓ ਫੰਡਾਮੈਂਟਲ ਰਾਈਟਸ ਇੰਪੋਰਟੈਂਟ ਕੁਐਸਚਨਸ, ਇੰਪੋਰਟੈਂਟ MCQs, ਤਾਂ ਤੁਹਾਨੂੰ ਬਹੁਤ ਵੀਡੀਓਜ਼ ਆ ਜਾਣਗੀਆਂ, ਉਸ 'ਚੋਂ ਕਵਰ ਕਰ ਸਕਦੇ। ਫਾਸਟ ਤਰੀਕਾ ਵੀ ਹੈ ਕਰਨ ਦਾ ਵੀ ਤੁਸੀਂ ਮਤਲਬ ਕੋਈ ਵੀ ਟੌਪਿਕ ਚੱਕਿਆ ਅਤੇ YouTube 'ਤੇ ਪਾਤਾ ਇੰਪੋਰਟੈਂਟ MCQs ਲਿਖਿਆ। ਇਸ ਤਰੀਕੇ ਨਾਲ ਸਾਰਾ ਸਿਲੇਬਸ ਵੀ ਕੀਤਾ ਜਾ ਸਕਦਾ ਜੇ ਤੁਹਾਡੇ ਕੋਲ ਟਾਈਮ ਘੱਟ ਹੈ, ਠੀਕ ਹੈ। ਪਲੱਸ ਇਹਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਮਿਲ ਜੂਗਾ ਵੀ ਕੋਚਿੰਗਸ ਰੈਲੀਵੈਂਟ ਕਰਾ ਰਿਹਾ ਨਹੀਂ ਕਰਾ ਰਿਹਾ। ਹੁਣ ਜੋ ਬੰਦਾ ਐਵਰੇਜ ਹੈ ਜਿਹੜਾ ਬੇਸਿਕਸ ਕਰ ਚੁੱਕਿਆ, ਇੱਕ ਵਾਰੀ ਉਹਨੂੰ ਥੋੜ੍ਹਾ ਮੋਟਾ ਆਈਡੀਆ ਵੀ ਮੈਂ ਹਰ ਇੱਕ ਸਬਜੈਕਟ ਥੋੜ੍ਹਾ ਪੜ੍ਹਿਆ ਹੋਇਆ, ਉਹਦੀ ਫਾਊਂਡੇਸ਼ਨ ਬਣ ਚੁੱਕੀ, ਠੀਕ ਹੈ। ਉਹ ਹੁਣ ਫਾਊਂਡੇਸ਼ਨ 'ਤੇ ਜ਼ਿਆਦਾ ਆਪਣਾ ਜਿੰਨਾ ਕੀ ਕਹਿੰਦੇ ਜਿੱਥੇ ਵੀ ਜਾਊਗਾ ਕੁਛ ਨਵੀਂ ਚੀਜ਼ ਸਿੱਖ ਕੇ ਹੀ ਆਊਗਾ ਅਤੇ ਉਹਨੂੰ ਪਤਾ ਲੱਗ ਜੂਗਾ ਵੀ ਹਾਂ ਇੱਥੇ ਮੇਰਾ ਟਾਈਮ ਵੇਸਟ ਹੋ ਰਿਹਾ, ਮੈਂ ਇੱਥੇ ਉੱਠ ਕੇ ਚਲਾ ਜਾ, ਠੀਕ ਹੈ। ਸਭ ਤੋਂ ਜ਼ਿਆਦਾ ਵੈਲਿਊ ਟਾਈਮ ਦੀ ਹੀ ਹੈ।
उस तो ऊपर कुछ नहीं है। उस तो बाद ਹੁਣ ਇਹ ਤਾਂ ਹੋ ਗਿਆ ਵੀ ਰਾਈਟ ਟਾਈਮ ਕੀ ਹੈ ਜੋ ਤੁਹਾਡਾ ਪ੍ਰੋਪਰ ਹੋ ਜੇ ਔਰ ਰਾਈਟ ਟਾਈਮ ਤੁਹਾਡਾ ਆ ਜਾਊਗਾ ਜੇ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ। ਠੀਕ ਹੈ, ਕੋਚਿੰਗ ਲੈਣ ਦੇ ਆਪਣੇ ਬੈਨੀਫਿਟ ਹੈ ਵੀ ਜੇ ਤੁਹਾਨੂੰ ਨਾਲ ਦੇ ਅੱਛੇ ਲੋਕ ਮਿਲ ਰਹੇ ਆ, ਜਿੱਥੇ ਤੁਹਾਨੂੰ ਕੰਪੀਟੀਟਿਵ ਇਨਵਾਇਰਨਮੈਂਟ ਮਿਲ ਰਿਹਾ ਤਾਂ ਤੁਹਾਨੂੰ ਬਹੁਤ ਜ਼ਿਆਦਾ ਬੂਸਟ ਕਰੋਗੇ ਤੁਹਾਡੀ ਪ੍ਰੈਪਰੇਸ਼ਨ। ਇਹ ਕਰਕੇ ਹੀ ਪਤਾ ਲੱਗਦਾ ਜਦੋਂ ਤੁਸੀਂ ਜਾਓਗੇ ਤਾਂ ਉਦੋਂ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਯਾਰ ਨਾਲ ਦਾ ਸਾਡਾ ਬੈਠ ਕੇ ਪੜ੍ਹ ਰਿਹਾ, ਅਸੀਂ ਵੀ ਪੜ੍ਹੀਏ। ਉਹ ਜੈਨੂਇਨ ਚੀਜ਼ ਹੈ। ਮੈਨੂੰ ਇਹ ਚੀਜ਼ਾਂ ਕਰਨ ਤੋਂ ਬਾਅਦ ਹੀ ਰਿਅਲਾਈਜ਼ ਹੋਈਆਂ। ਪਹਿਲੇ ਮੈਨੂੰ ਲੱਗਦਾ ਸੀ ਕਿ ਨਹੀਂ ਮੈਂ ਕਰ ਲੂੰਗਾ, ਇਕੱਲਾ ਕਰ ਲੂੰਗਾ, ਪਰ ਇਕੱਲਾ ਬੰਦਾ 15 ਦਿਨ ਕਰ ਲੂਗਾ, ਮਹੀਨਾ ਕਰ ਲੂਗਾ, 2 ਮਹੀਨੇ ਕਰ ਲੂਗਾ, ਉਸ ਤੋਂ ਬਾਅਦ ਦਿਮਾਗ ਖਰਾਬ ਹੋਣਾ ਸਟਾਰਟ ਹੋ ਜਾਂਦਾ। ਅੱਛਾ, ਹਾਊ ਟੂ ਚੂਜ਼, ਕੋਚਿੰਗ ਚੂਜ਼ ਕਿਵੇਂ ਕਰਨੀ ਹੈ। ਠੀਕ ਹੈ, ਇਹਦਾ ਮੈਂ ਹੁਣੇ ਹੀ ਸੋਚਿਆ ਵੀ ਕਿਵੇਂ ਚੂਜ਼ ਕੀਤੀ ਜਾ ਸਕਦੀ ਹੈ ਕੋਚਿੰਗ। ਤਾਂ ਇੱਕ ਤਾਂ ਐਗਜ਼ਾਮ, ਅੱਛਾ ਹਾਂ, ਕਿ ਇੱਕ ਤਾਂ ਤੁਹਾਡਾ ਉਹ ਟੀਚਰ ਜੋ ਜਿਸ ਤੋਂ ਤੁਸੀਂ ਕੋਚਿੰਗ ਲੈਣ ਜਾ ਰਹੇ ਹੋ ਉਹ ਐਗਜ਼ਾਮ ਰੈਲੀਵੈਂਟ ਚੀਜ਼ਾਂ ਕਰਾਏ, ਕਿ ਉਹ ਐਨਾਲਿਸਿਸ ਕਰ ਰਿਹਾ ਜੋ ਰੀਸੈਂਟ ਐਗਜ਼ਾਮ ਹੋ ਰਿਹਾ ਉਹਦਾ ਮਟੀਰੀਅਲ ਐਂ ਤਾਂ ਨਹੀਂ ਕਿ ਉਹਨੇ 4-5 ਸਾਲ ਪਹਿਲੇ ਬਣਾਇਆ ਸੀ ਮਟੀਰੀਅਲ ਤੋਂ ਸੇਮ ਮਟੀਰੀਅਲ ਹੀ ਅੱਗੇ 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 ਦੇਈ ਜਾਂਦਾ, ਐਵੇਂ ਤਾਂ ਨਹੀਂ ਕਰ ਰਿਹਾ। ਜੇ ਅਪਡੇਟ ਕਰ ਰਿਹਾ ਆਪਣਾ ਮਟੀਰੀਅਲ ਤਾਂ ਵੈਲ ਐਂਡ ਗੁੱਡ ਹੈ। ਚਾਹੇ ਉਹ ਸਟੈਟਿਕ ਸਬਜੈਕਟਸ ਹੀ ਹੈ ਤਾਂ ਸਟੈਟਿਕ ਸਬਜੈਕਟਸ ਦੀ ਵੀ ਨੀਡ ਚੇਂਜ ਹੋ ਜਾਂਦੀ ਹੈ 2-3 ਸਾਲਾਂ ਬਾਅਦ। ਠੀਕ ਹੈ, ਤਾਂ ਉਹ ਦੇਖ ਲਿਓ ਵੀ ਹਾਂ ਉਹ ਰੀਸੈਂਟ ਕਰਵਾ ਰਿਹਾ। ਅਤੇ ਪਲੱਸ ਜੋ ਤੁਸੀਂ ਕੋਚਿੰਗ ਲੈਣ ਜਾਓਗੇ ਨਾ ਤਾਂ ਇਹ ਸੋਚ ਕੇ ਜਾਈਓ ਵੀ ਅਸੀਂ ਉੱਥੇ ਪਹਿਲੀ ਗੱਲ ਤਾਂ ਵੀ ਗਾਈਡੈਂਸ ਲੈਣ ਜਾ ਰਹੇ ਹਾਂ, ਸਪੂਨ ਫੀਡਿੰਗ ਕਰਨ ਨਹੀਂ ਜਾ ਰਹੇ ਵੀ ਸਾਨੂੰ ਸਭ ਕੁਝ ਹੀ ਕਰਾ ਦੂਗਾ ਕੋਈ। ਠੀਕ ਹੈ, ਰਾਈਟ ਗਾਈਡੈਂਸ, ਹਾਰਡ ਵਰਕ ਤਾਂ ਤੁਹਾਨੂੰ ਕਰਨਾ ਹੀ ਪਊਗਾ। ਰਾਈਟ ਗਾਈਡੈਂਸ ਦੇ ਅੰਡਰ ਕਰੋਗੇ ਤਾਂ ਬਹੁਤ ਤੇਜ਼ੀ ਨਾਲ ਸਭ ਕੁਝ ਹੋ ਜਾਊਗਾ। ਪਲੱਸ ਉੱਥੇ ਜਦੋਂ ਤੁਸੀਂ ਕੋਚਿੰਗ ਲੈਣ ਜਾ ਰਹੇ ਹੋ ਤਾਂ ਇਹ ਵੀ ਸੋਚ ਕੇ ਜਾਣਾ ਵੀ 1-2 ਟੀਚਰਸ ਹੀ ਅੱਛੇ ਹੁੰਦੇ ਆ ਹਰ ਇੱਕ ਇੰਸਟੀਚਿਊਟ 'ਚ। ਤੁਸੀਂ ਐਕਸਪੈਕਟ ਕਰੋਗੇ ਵੀ 9-10 ਸਬਜੈਕਟਸ ਹੈ ਐਂਡ ਹਰ ਇੱਕ ਸਬਜੈਕਟ ਦਾ ਟੀਚਰ ਹੀ ਅਲਟੀਮੇਟ ਹੋਏ, ਉਹ ਪੋਸੀਬਲ ਹੀ ਨਹੀਂ ਹੈ ਕਿਸੇ ਇੰਸਟੀਚਿਊਟ 'ਚ ਵੀ। ਠੀਕ ਹੈ, ਚੂਜ਼ ਕਿਵੇਂ ਕਰਨਾ, ਸਭ ਤੋਂ ਪਹਿਲੇ ਤਾਂ ਉੱਥੇ ਜਾ ਕੇ ਇਹ ਮੇਨ ਇੰਪੋਰਟੈਂਟ ਗੱਲ ਹੈ ਵੀ ਤੁਸੀਂ ਜੇ ਉੱਥੇ 6 ਮਹੀਨੇ ਸਪੈਂਡ ਕਰਨ ਜਾ ਰਹੇ ਹੋ ਤਾਂ 6 ਮਹੀਨੇ ਸਪੈਂਡ ਕਰਨਾ ਤਾਂ ਤੁਸੀਂ 1-2 ਦਿਨ ਕੱਢੋ, ਆਫਲਾਈਨ ਸੈਂਟਰ ਦੇ ਬਾਹਰ ਖੜੇ ਹੋ ਜਾ ਕੇ। ਠੀਕ ਹੈ, ਉੱਥੋਂ ਦੇ ਜੈਨੂਇਨ ਸਟੂਡੈਂਟਸ ਜਿਹੜੇ ਬਾਹਰ ਨਿਕਲ ਰਹੇ ਆ, ਜਿਹੜੇ ਉੱਥੇ 1-2 ਮਹੀਨੇ ਕੋਚਿੰਗ ਲੈ ਚੁੱਕੇ, ਉੱਥੇ ਉਹਨਾਂ ਦੀ ਪਰਸਨਲ ਫਸਟ ਹੈਂਡ ਐਕਸਪੀਰੀਅੰਸ ਸੁਣੋ ਵੀ ਹਾਂ ਉਹ ਕੀ ਬੋਲ ਰਹੇ ਉਸ ਕੋਚਿੰਗ ਬਾਰੇ, ਟਾਈਮ ਪਾਸ ਕਰਾ ਰਹੇ ਆ ਨਹੀਂ ਕਰਾ ਰਹੇ, ਕਿਉਂਕਿ ਸਟਾਰਟਿੰਗ ਦਾ ਹਫਤਾ ਡੈਮੋ ਕਲਾਸਿਸ ਤਾਂ ਸਾਰੇ ਹੀ ਵਧੀਆ ਕਰਾਉਂਦੇ ਆ। ਠੀਕ ਹੈ, ਐਕਚੁਅਲ ਪਤਾ ਲੱਗਦਾ ਵੀ ਜਦੋਂ 2 ਮਹੀਨੇ ਨਿਕਲ ਜਾਂਦੇ ਆ ਤਾਂ ਤੁਸੀਂ XYZ ਕੋਈ ਵੀ ਇੰਸਟੀਚਿਊਟ ਹੈ ਆਪਣੇ ਸ਼ਹਿਰ ਦਾ ਜਿੱਥੇ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਉੱਥੇ ਜਾਓ, ਕਲਾਸ ਖਤਮ ਹੋ ਰਹੀ ਹੈ ਉਹਨਾਂ ਦੇ ਇੰਸਟੀਚਿਊਟ ਦੇ ਬਾਹਰ ਖੜੇ ਹੋ। ਠੀਕ ਹੈ, ਅਤੇ ਘੱਟੋ ਘੱਟ 8 ਤੋਂ 10 ਬੰਦਿਆਂ ਨਾਲ ਗੱਲ ਕਰੋ ਵੀ ਹਾਂ ਕੋਚਿੰਗ ਇਹ ਅੱਛੀ ਹੈ, ਤੁਹਾਨੂੰ ਫਾਇਦਾ ਹੋ ਰਿਹਾ ਇੱਥੇ ਕੋਚਿੰਗ ਲੈਣ ਦਾ। ਠੀਕ ਹੈ, ਤਾਂ ਉਹ ਤੁਹਾਨੂੰ ਜੈਨੂਇਨ ਰਿਵਿਊਜ਼ ਦੇਣਗੇ ਉਸ ਕੋਚਿੰਗ ਦੇ। ਕਿਸੇ ਵੀਡੀਓਜ਼ ਕਿਸੇ ਪ੍ਰਮੋਸ਼ਨਲ ਵੀਡੀਓ ਦੇ ਚੱਕਰ 'ਚ ਨਾ ਆਓ। ਠੀਕ ਹੈ, ਇਹਨਾਂ ਦੇ ਐਕਚੁਅਲੀ ਰਿਜ਼ਲਟ ਵੀ ਕਾਫੀ ਐਵੇਂ ਹੁੰਦੇ ਆ ਵੀ ਜੋ ਰਿਜ਼ਲਟ ਸ਼ੋਅ ਕਰ ਰਹੇ ਆਪਣੇ ਇੰਸਟੀਚਿਊਟਸ ਵਾਲੇ ਉਹ ਬੱਚੇ ਉੱਥੇ ਐਕਚੁਅਲੀ ਪੜ੍ਹੇ ਹੀ ਨਹੀਂ ਹੁੰਦੇ। ਬਹੁਤ ਵਾਰ ਐਵੇਂ ਹੋ ਜਾਂਦਾ ਹੈ, ਰਿਐਲਿਟੀ ਹੈ। ਠੀਕ ਹੈ, ਚਲੋ ਉਸ ਤੋਂ ਬਾਅਦ ਇਹ ਹੋ ਗਿਆ ਵੀ ਆਪਣਾ ਕੋਚਿੰਗ ਕਿਵੇਂ ਕਰਨੀ, ਵੀ ਹਾਊ ਟੂ ਚੂਜ਼ ਗੋ ਦੇਅਰ ਯੋਰਸੈਲਫ। ਚਲੋ ਇਹ ਟੌਪਿਕ ਵੀ ਹੋ ਗਿਆ। ਹੁਣ ਨੈਕਸਟ ਜੋ ਮੈਂ ਕਵਰ ਕਰਨਾ ਹੈ ਉਹ ਹੈ ਮੈਂ ਤੁਹਾਨੂੰ ਇੱਕ ਹੋਰ ਆਂਸਰ ਪੜ੍ਹਾਊਂਗਾ ਆਪਣਾ। ਠੀਕ ਹੈ, 2 ਮਿੰਟ ਹੀ ਲਊਂਗਾ ਹੋਰ ਫਿਰ ਵੀਡੀਓ ਖਤਮ ਕਰਾਂਗੇ। ਕਿ ਜੇ ਮੈਂ ਲਿਖਿਆ ਸੀਗਾ ਕਿ ਤੁਸੀਂ ਮੇਰੀ ਪ੍ਰੋਫਾਈਲ ਕੋਰਾ 'ਤੇ ਸਰਚ ਵੀ ਕਰ ਸਕਦੇ ਹੋ, ਜੈਨੂਇਨ ਆਂਸਰ ਹੈ। 2 ਸਾਲ ਪਹਿਲੇ ਮੈਂ ਲਿਖਿਆ ਸੀ। ਠੀਕ ਹੈ, ਅਤੇ ਇੱਥੇ ਮੈਂ ਅਗਲੇ 3 ਸਾਲ ਪੁਰਾਣੀ ਗੱਲ ਕਰ ਰਿਹਾ ਤਾਂ ਇਹ ਜੋ ਆਂਸਰ ਹੈ ਨਾ ਐਕਚੁਅਲੀ ਇਹ ਰਿਪਰੈਜ਼ੈਂਟ ਕਰਦਾ ਕਿ ਅੱਜ ਤੋਂ 4-5 ਸਾਲ ਪਹਿਲੇ ਕੀ ਹਾਲਾਤ ਸੀਗੇ। ਠੀਕ ਹੈ, ਇਹ ਤੁਸੀਂ ਰੀਡ ਕਰੋ, ਮੈਂ ਤੁਹਾਨੂੰ ਡਿਕਟੇਟ ਕਰ ਦੇਣਾ, ਜੇ ਤੁਸੀਂ ਆਪਣੇ ਆਪ ਰੀਡ ਕਰਨਾ ਚਾਹੁੰਦੇ ਹੋ ਤਾਂ ਵੌਇਸ ਮਿਊਟ ਕਰਕੇ ਖੁਦ ਰੀਡ ਕਰ ਲਿਓ। ਮੈਂ ਕਿਸੇ ਹੋਰ ਬੱਚੇ ਨੂੰ ਗਾਈਡ ਕਰ ਰਿਹਾ ਤਾਂ ਮੈਂ ਬਸ ਉਹ ਕਨਵਰਸੇਸ਼ਨ ਇੱਥੇ ਸ਼ੇਅਰ ਕੀਤੀ ਹੋਈ ਹੈ। ਓਕੇ, ਤਾਂ ਮੈਨੂੰ ਇਹ ਪਰਸਨ ਪੁੱਛਦਾ ਹੈ ਕਿ ਰੂਪਮ, I am looking for guidance. What will be the right approach for UPSC? Is there any coaching in Chandigarh that you think is worth joining as I cannot afford rent and coaching in Delhi? तो मैं जवाब देना भी I have taken coaching from Chandigarh for 1.5 years and then moved to Delhi for 6 months. I know the difference will help you take the right decision. Rest assured. Okay. I have taken coaching from Abhimanyu IAS Sector 25, Chandigarh for 1.5 years. Classes filled with approx 100 students, and you will feel that you will be in a great company. I took coaching from 2017, and now the Abhimanyu faculty have opened their own institutes or joined the rival institutes. Many of the Abhimanyu teachers joined the rival institute Raj Malhotra classes.
The other institutes in Chandigarh are O2 IAS classes, Chanakya IAS. I took demo classes in O2 and Chanakya. They are not good. O2 is a new and batch size are small. Chanakya doesn't have proper regular faculty. Now regarding my experience in Abhimanyu, before joining, I already took the reading of basic standard books of Lakshmikant, Spectrum, etc. I found the Abhimanyu coaching a total waste of time and money. The teachers just teaches everything and the 3-hour class is just dictating the topics and you are just writing and filling the pages as fast as you can. No focus is given on the demand of paper and they just focus on completing the syllabus. Regarding students studying there, initially I was excited that I will found some serious aspirants, but I could not. Out of 70-80 students, no one was serious enough. Chandigarh crowd involves students from adjoining states from Punjab, Haryana and Himachal Pradesh. Students were just passing their time, all were beginners. They just depended on coaching classes for their preparation. We should join coaching only keeping in mind that it will help us in guidance and not expect spoon feeding. We should read the standard books before attending coaching classes, so you should understand topics better and see yourself whether the teacher is covering important topics or not. What I benefited from Abhimanyu classes is I wrote answers, got them checked, so it gave me confidence. The topics they teach, the books they provide are not at all relevant and not updated with latest topics. Then I shifted to Delhi for 6 months, not for coaching, not for test series, but for the company of serious aspirants. Believe me, my preparation got so much better. I found many students who have given mains interviews many times. I was given so much support that I was so glad of my decision to shift to Delhi. You will feel competitive in that atmosphere. Will the urge to improve have the will the urge to improve when you see the serious aspirants just studying beside you. In Delhi, you will find this atmosphere only in Old Rajendra Nagar. My flatmate was taking coaching from Wajiram and Ravi Institute and their books were so much updated with current issues, I was impressed. ठीक है, इतने मैं कोई प्रमोशन नहीं कर रहा किसी इंस्टीट्यूट की, उत्ते जेन्युइन परसन पढ़ रहा सीगा ਤਾਂ उनकी बुक्स मैं देखियां तो मैंने पता लग गया और भी उत्ते बहुत अच्छे इंस्टीट्यूट्स है, विजन वगैरह और भी बहुत अच्छे हैं. नेक्स्ट पढ़ रहे हैं. माई ओनली एडवाइस इज टू सेल्फ स्टडी बिफोर ज्वाइनिंग एनी कोचिंग इंस्टीट्यूट. So when you join, you should be aware of which topics you should study and what to skip. Skipping is the most important as the syllabus is never ending. And it is impossible to prepare without, and it's not impossible to prepare without coaching. Coaching just help us feel guided and learn from fellow aspirants. I will say that better prepare alone if you can't take coaching from Delhi. Chandigarh aspirants are not serious and Chandigarh institutes are also very bad. ठीक है. Then second person मेरे तो पूछ. Then what about Raj IAS Academy and ALS IAS sir? मैं जवाब देना भी joint test series from renowned institutes like Vision IAS Delhi. I think Vision also opened their branch in Chandigarh. Raj IAS Academy ALS IAS ये मेरे हिसाब ਨਾਲ वेस्टेज ਸੀਗੇ, ਇਹ ਉਸ ਟਾਈਮ ਦੀ ਗੱਲਾਂ ਸਾਰੀਆਂ. If you want to go regular classes, I will never advise for Chandigarh. एक और गल, I also joined online mains test series from Vision IAS Delhi and one more benefit of Delhi is you get all सब जो मटीरियल है ना मार्केट चो टेस्ट सीरीज वगैरह बहुत सस्ते रेट ते मिल जाती उत्थे, सब कुछ उत्थे फ्री च ही पिया होंदा, लगभग कि 30-40 रुपए की टेस्ट सीरीज है तो सब कुछ उत्थे हो जाता पर टेस्ट की कॉस्ट है सर. इन शॉर्ट नो डर्ट ऑफ टेस्ट मटीरियल. So it पूछ रहा भी it would be great if I go to Delhi just for self study as I can afford only one thing. और person बोलता भी यार मैं तो कोचिंग ले सकदा या मैं उत्थे रेंट अफोर्ड कर सकदा, एक चीज़ कर सकदा मैं. तो मैं जवाब देना भी it will be great if you just self study before going to Delhi and cover the standard books. सेम गल मैं रिपीट कर रहा हूँ. Give test series and prepare yourself when you move to Delhi. All are so much experience there and if you go unprepared you will feel dismotivated and go down from the competition. ठीक है. When you cover the basic books then move to Delhi you will benefit from your fellow aspirants a lot. ठीक है. थैंक्स. ਹੁਣ ਇਸ में बेसिकली ਦੱਸਿਆ कि लास्ट ਤੇ
ਵੀ ਜਦੋਂ ਤੁਸੀਂ ਨਵੇਂ ਇਨਵਾਇਰਨਮੈਂਟ 'ਚ ਜਾ ਰਹੇ ਹੋ ਨਾ, ਤੇ ਤੁਹਾਡੇ ਨਾਲ ਦੇ ਇੰਨੇ ਜ਼ਿਆਦਾ ਕੰਪੀਟੀਟਿਵ ਹੈ, ਤਾਂ ਤੁਸੀਂ ਉਹਨਾਂ ਨੂੰ ਦੇਖ ਕੇ ਡਰ ਜਾਓਗੇ ਵੀ ਯਾਰ ਇਹਨਾਂ ਨੂੰ ਤਾਂ ਇੰਨਾ ਕੁਛ ਆਉਂਦਾ, ਸਾਨੂੰ ਕੁਛ ਵੀ ਨਹੀਂ ਆਉਂਦਾ। ਤਾਂ ਇਹੋ ਜਿਹੇ ਇਨਵਾਇਰਨਮੈਂਟ ਤੋਂ ਜਾਣ ਤੋਂ ਪਹਿਲੇ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਓ ਵੀ ਤੁਹਾਨੂੰ ਥੋੜੇ ਬੇਸਿਕਸ ਤਾਂ ਕਲੀਅਰ ਹੋਣ। ਜੇ ਸਾਹਮਣੇ ਵਾਲਾ ਕੁਛ ਬੋਲ ਰਿਹਾ ਤਾਂ ਤੁਹਾਡੇ ਕੋਲ ਵੀ ਤਾਂ ਕੁਝ ਦੱਸਣ ਵਾਸਤੇ ਹੋਏ, ਤਾਂ ਹੀ ਤੁਹਾਨੂੰ ਕੌਨਫੀਡੈਂਸ ਆਊਗਾ, ਤੁਹਾਨੂੰ ਅੱਛਾ ਲੱਗੂਗਾ। ਠੀਕ ਹੈ, ਇਸ ਵੀਡੀਓ 'ਚ ਇੰਨਾ ਹੀ ਹੈ। ਵੀਡੀਓ ਬਹੁਤ ਲੰਬੀ ਖਿੱਚ ਗਈ, ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਮੈਂ ਜੈਨੂਇਨ ਗੱਲਾਂ ਦੱਸਾਂ ਜੋ ਵੀ ਹੋਈਆਂ। ਆਈ ਹੋਪ ਕਿ ਤੁਹਾਡਾ ਇਹ ਟਾਈਮ ਸਹੀ ਤਰ੍ਹਾਂ ਯੂਟੀਲਾਈਜ਼ ਹੋਇਆ ਜੋ ਤੁਸੀਂ ਵੀਡੀਓ ਦੇਖੀ ਹੈ। ਅਤੇ ਪਲੀਜ਼ ਇਸ ਚੈਨਲ ਨੂੰ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਠੀਕ ਹੈ, ਸ਼ੇਅਰਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈ ਵੀ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਏ। ਠੀਕ ਹੈ, ਮੇਰਾ ਕੋਈ ਕਿਸੇ ਨਾਲ ਪੈਕਟ ਨਹੀਂ ਹੈ ਕਿ ਮੈਂ ਦੂਸਰੇ ਟੀਚਰਸ ਨੂੰ ਬੋਲਾਂ ਜਾਂ ਦੂਸਰੇ ਚੈਨਲਸ 'ਤੇ ਪਾਵਾਂ, ਐਵੇਂ ਹੁੰਦਾ ਨਹੀਂ ਹੈ। ਅਤੇ ਸਟੂਡੈਂਟਸ ਹੀ ਹੈ ਜੋ ਇੱਕ ਦੂਸਰੇ ਨੂੰ ਪਹੁੰਚਾ ਸਕਦੇ ਆ ਚੈਨਲ। ਠੀਕ ਹੈ, ਥੈਂਕ ਯੂ ਲੋਟ ਫॉर योर टाइम।